Hello students, myself Navjot Kaur, working as science teacher in Government Girls Senior Secondary Smart School, Faridkot. Today we are going to discuss lesson Diversity in Living Organism. ਭਾਵ ਅਸੀਂ ਅੱਜ ਤੁਹਾਡਾ 9ਵੀਂ ਕਲਾਸ ਦਾ ਲੈਸਨ ਸਜੀਵਾਂ ਵਿੱਚ ਵਿਭਿੰਨਤਾ ਡਿਸਕਸ ਕਰਨ ਜਾ ਰਹੇ ਹਾਂ। ਬੱਚਿਓ, ਇਹ ਲੈਸਨ ਬਹੁਤ ਹੀ ਇੰਟਰਸਟਿੰਗ ਹੈ। ਇਸ ਤਸਵੀਰ ਵਿੱਚ ਤੁਸੀਂ ਬਹੁਤ ਸਾਰੇ ਜੀਵਾਂ ਨੂੰ ਦੇਖ ਰਹੇ ਹੋ। ਤੁਹਾਡਾ ਆਲਾ ਦੁਆਲਾ ਵੱਡੇ ਛੋਟੇ ਕਈ ਲੱਖਾਂ ਪ੍ਰਕਾਰ ਦੇ ਜੀਵਾਂ ਨਾਲ ਘਿਰਿਆ ਹੋਇਆ ਹੈ। ਇਸ ਤਸਵੀਰ ਨੂੰ ਜਰਾ ਗੌਰ ਨਾਲ ਦੇਖਣ 'ਤੇ ਪਤਾ ਲੱਗਦਾ ਹੈ ਕਿ ਇੱਕ ਛੋਟੀ ਜਿਹੀ ਪਿਕਚਰ ਵਿੱਚ ਕਿੰਨੀ ਜ਼ਿਆਦਾ ਵਿਭਿੰਨਤਾ ਨਜ਼ਰ ਆ ਰਹੀ ਹੈ। ਦਰਖਤ, ਛੋਟੇ ਛੋਟੇ ਵੇਲ ਬੂਟੇ, ਘਾਹ, ਰੰਗ ਬਿਰੰਗੇ ਪੈਰਟਸ, ਖਰਗੋਸ਼, ਗਲਹਿਰੀ, ਡੱਡੂ, ਹੋਰ ਕੀੜੇ ਮਕੌੜੇ ਤੇ ਇਸ ਪਾਣੀ ਦੇ ਵਿੱਚ ਤੈਰਦੇ ਹੋਏ ਕੁਝ ਸਵੈਨ। ਇਸ ਤੋਂ ਬਿਨਾਂ ਇਸ ਪਾਣੀ ਦੇ ਵਿੱਚ ਮੱਛੀਆਂ, ਸੂਖਮ ਜੀਵ ਅਤੇ ਹੋਰ ਬਹੁਤ ਪ੍ਰਕਾਰ ਦੇ ਜੀਵ ਸਾਨੂੰ ਦੇਖਣ ਨੂੰ ਮਿਲਦੇ ਆ। ਹੁਣ ਜ਼ਰਾ ਸੋਚੋ ਕਿ ਤੁਹਾਡੇ ਆਲੇ ਦੁਆਲੇ ਦੇ ਸਾਰੇ ਜੀਵ ਇੱਕੋ ਜਿਹੇ ਹਨ? ਕੀ ਮਨੁੱਖ ਅਤੇ ਦੂਜੇ ਚੱਲਣ ਵਾਲੇ ਜੀਵ ਇੱਕੋ ਜਿਹੇ ਹਨ? ਕੀ ਸਾਰੇ ਮਨੁੱਖ ਦੇਖਣ ਨੂੰ ਇੱਕੋ ਜਿਹੇ ਲੱਗਦੇ ਆ? ਕੀ ਤੁਹਾਡੀ ਸ਼ਕਲ ਆਪਣੇ ਦੋਸਤ ਨਾਲ ਮਿਲਦੀ ਜੁਲਦੀ ਹੈ? ਜਾਂ ਤੁਹਾਡੇ ਭੈਣ ਜਾਂ ਭਰਾ ਦੀ ਸ਼ਕਲ ਤੁਹਾਡੇ ਤੋਂ ਵੱਖ ਹੈ? ਇਹ ਸਾਰੇ ਪ੍ਰਸ਼ਨ ਤੁਹਾਡੇ ਦਿਮਾਗ ਵਿੱਚ ਕਦੇ ਨਾ ਕਦੇ ਤਾਂ ਜ਼ਰੂਰ ਆਉਂਦੇ ਹੋਣਗੇ। ਜੇ ਇਹ ਕੁਐਸਚਨ ਤੁਹਾਡੇ ਦਿਮਾਗ ਵਿੱਚ ਆਉਂਦੇ ਹੈ ਤਾਂ ਇਸ ਲੈਸਨ ਨੂੰ ਰੌਚਕ ਬਣਾਉਣ ਲਈ ਅਸੀਂ ਹੋਰ ਥੋੜ੍ਹੇ ਜਿਹੇ ਕੁਦਰਤੀ ਨਜ਼ਾਰਿਆਂ ਬਾਰੇ ਵਿਚਾਰ ਕਰਦੇ ਹਾਂ। ਇਸ ਕੁਦਰਤ ਨੂੰ ਦੇਖੋ। ਤਿਤਲੀ ਦੇ ਰੰਗ, ਜੈਲੀ ਫਿਸ਼ ਦੇ ਵਿੱਚ ਕੋਈ ਰੰਗ ਨਹੀਂ। ਇਸੇ ਤਰ੍ਹਾਂ ਸੂਖਮ ਜੀਵ ਜੋ ਸਾਨੂੰ ਨੰਗੀਆਂ ਅੱਖਾਂ ਨਾਲ ਦਿਖਾਈ ਨਹੀਂ ਦਿੰਦੇ, ਤੇ ਦੂਸਰੇ ਪਾਸੇ ਇੰਨੀ ਵੱਡੀ ਵੇਲ ਮੱਛੀ ਜਿਹੜੀ ਸਾਰੀ ਦੁਨੀਆ ਦੇ ਜਾਨਵਰਾਂ ਤੋਂ ਜਿਸ ਦਾ ਆਕਾਰ ਵੱਡਾ ਹੁੰਦਾ ਹੈ। ਇਸੇ ਤਰ੍ਹਾਂ ਕੁਝ ਹੀ ਦਿਨਾਂ ਦੇ ਵਿੱਚ ਆਪਦਾ ਜੀਵਨ ਕਾਲ ਪੂਰਾ ਕਰਨ ਵਾਲੇ ਕੀੜੇ ਮਕੌੜੇ, ਤੇ ਦੂਜੇ ਪਾਸੇ ਵਿਸ਼ਾਲ ਬਹੁਤ ਵੱਡੇ ਪੁਰਾਣੇ ਦਰਖਤ ਜਿਹੜੇ ਕਈ ਹਜ਼ਾਰ ਸਾਲ ਤੱਕ ਜਿਉਂਦੇ ਰਹਿੰਦੇ। ਕਹਿਣ ਤੋਂ ਭਾਵ ਇਸ ਕੁਦਰਤ ਨੂੰ ਦੇਖਦਿਆਂ ਅਸੀਂ ਇਹ ਸਹਿਜੇ ਅੰਦਾਜ਼ਾ ਲਾ ਲੈਂਦੇ ਹਾਂ ਕਿ ਸਾਡੇ ਆਲੇ ਦੁਆਲੇ ਲੱਖਾਂ ਪ੍ਰਕਾਰ ਦੇ ਜਿਹੜੇ ਰੰਗ ਹੈ ਕੁਦਰਤ ਨੇ ਉਹ ਦਿਖਾਏ ਹੋਏ ਆ। ਇਹ ਸਾਰੇ ਪ੍ਰਸ਼ਨ ਸਾਡੇ ਦਿਮਾਗ ਵਿੱਚ ਅਕਸਰ ਹੀ ਉੱਠਦੇ ਰਹਿੰਦੇ ਆ ਕਿ ਇਹ ਇੰਨੇ ਸਾਰੇ ਜੀਵ ਧਰਤੀ 'ਤੇ ਕਿੱਥੋਂ ਆਏ, ਕਿਵੇਂ ਆਏ, ਇਹਨਾਂ ਨੂੰ ਕਿਸ ਨੇ ਬਣਾਇਆ, ਕਿਵੇਂ ਪੈਦਾ ਹੋਏ। ਇਹੋ ਜਿਹੇ ਪ੍ਰਸ਼ਨਾਂ ਦਾ ਉੱਤਰ ਲੱਭਦੇ ਲੱਭਦੇ 4ਵੀਂ ਸਦੀ ਦੇ ਵਿੱਚ ਅਰਿਸਟੋਟਲ ਨਾਮ ਦੇ ਇੱਕ ਫਿਲਾਸਫਰ ਸੀ। ਉਹਨਾਂ ਨੇ ਆਪਣੀ ਸਮਝ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਸਾਰੇ ਧਰਤੀ ਦੇ ਜੀਵ, ਇਹਨਾਂ ਨੂੰ ਅਸੀਂ ਰਹਿਣ ਸਹਿਣ ਦੇ ਤਰੀਕਿਆਂ ਦੇ ਹਿਸਾਬ ਨਾਲ 3 ਵਰਗਾਂ ਵਿੱਚ ਵੰਡ ਸਕਦੇ ਹਾਂ। ਹਵਾ ਵਾਲੇ ਜੀਵ, ਧਰਤੀ 'ਤੇ ਰਹਿਣ ਵਾਲੇ ਜੀਵ ਅਤੇ ਪਾਣੀ ਵਿੱਚ ਰਹਿਣ ਵਾਲੇ ਜੀਵ। ਬੱਚਿਓ, ਉਸ ਸਮੇਂ ਹਜੇ ਸਾਇੰਸ ਇੰਨੀ ਜ਼ਿਆਦਾ ਵਿਸ਼ਾਲ ਨਹੀਂ ਸੀ, ਪਰੰਤੂ ਉਹਨਾਂ ਨੇ ਆਪਣੀ ਸਮਝ ਦੇ ਅਨੁਸਾਰ ਇਸ ਦਾ ਇੱਕ ਮੁੱਢ ਬੰਨ੍ਹ ਦਿੱਤਾ, ਸਾਡੀ ਇੱਕ ਸੋਚ ਨੂੰ ਦਿਸ਼ਾ ਦੇ ਦਿੱਤੀ। ਜਿਵੇਂ ਜਿਵੇਂ ਸਮਝ ਵੱਧਦੀ ਗਈ, ਸਾਇੰਸ ਵਿਕਾਸ ਕਰਦੀ ਗਈ, ਸਾਨੂੰ ਇਹਨਾਂ ਜੀਵਾਂ ਬਾਰੇ ਵੀ ਹੋਰ ਵੱਧ ਸਮਝ ਆਉਣ ਲੱਗ ਪਈ। ਸਾਨੂੰ ਲੱਗਿਆ ਕਿ ਉਹਨਾਂ ਦੁਆਰਾ ਕੀਤਾ ਗਿਆ ਇਹ ਵਰਗੀਕਰਨ ਸਾਇੰਸ ਦੇ ਸਾਰੇ ਪ੍ਰਸ਼ਨਾਂ ਦਾ, ਸਾਡੇ ਦਿਮਾਗ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਨਹੀਂ ਦਿੰਦਾ। ਉਦਾਹਰਣ ਵਜੋਂ ਪਾਣੀ ਵਿੱਚ ਰਹਿਣ ਵਾਲੇ ਜੀਵ ਸਾਰੇ ਇੱਕੋ ਜਿਹੇ ਨਹੀਂ ਹੈ, ਕਿਉਂਕਿ ਅਸੀਂ ਇਹ
ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਾਣੀ ਵਿੱਚ ਸੂਖਮ ਜੀਵ, ਛੋਟੀਆਂ ਛੋਟੀਆਂ ਮੱਛੀਆਂ, ਵੱਡੀਆਂ ਮੱਛੀਆਂ, ਵੇਲ ਮੱਛੀਆਂ, ਇਸ ਤੋਂ ਬਿਨਾਂ ਕੁਝ ਅਜਿਹੇ ਜੀਵ ਜੋ ਕਦੇ ਧਰਤੀ 'ਤੇ ਆ ਜਾਂਦੇ ਹੈ ਅਤੇ ਕਦੇ ਪਾਣੀ ਵਿੱਚ ਚਲੇ ਜਾਂਦੇ ਹੈ, ਜਿਵੇਂ ਮਗਰਮੱਛ, ਇਹਨਾਂ ਸਾਰੇ ਜੀਵਾਂ ਨੂੰ ਇੱਕੋ ਵਰਗ ਦੇ ਵਿੱਚ ਰੱਖਣਾ ਤਰਕਸੰਗਤ ਨਹੀਂ ਲੱਗਿਆ। ਬੱਚਿਓ, ਤਾਂ ਫਿਰ ਇਹ ਵਰਗੀਕਰਨ ਕੀ ਹੈ? ਇਸ ਦੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ ਸਾਨੂੰ? ਤਾਂ ਇਸ ਬਾਰੇ ਸਮਝਣ ਲਈ ਸਭ ਤੋਂ ਪਹਿਲਾਂ ਇਸ ਦੀ ਲੋੜ ਕਿਉਂ ਪਈ? ਸਾਨੂੰ ਪਤਾ ਹੈ ਕਿ ਸਾਡੇ ਆਲੇ ਦੁਆਲੇ ਬਹੁਤ ਕਿਸਮ ਦੇ ਜੀਵ ਜੰਤੂ ਆ। ਜੇਕਰ ਅਸੀਂ ਇੱਕ ਇੱਕ ਕਰਕੇ ਇਹਨਾਂ ਨੂੰ ਪੜ੍ਹਨ ਜਾਂ ਸਮਝਣ ਲੱਗ ਜਾਈਏ ਤਾਂ ਸਾਡਾ ਜੀਵਨ ਕਾਲ ਖਤਮ ਹੋ ਜਾਵੇਗਾ, ਪਰੰਤੂ ਅਸੀਂ ਸਾਰਿਆਂ ਬਾਰੇ ਅਧਿਐਨ ਹੈ ਜਿਹੜਾ ਉਹ ਪੂਰਾ ਨਹੀਂ ਕਰ ਸਕਦੇ। ਇਸ ਲਈ ਅਸੀਂ ਇਹਨਾਂ ਨੂੰ ਵਰਗਾਂ ਵਿੱਚ ਵੰਡ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਵਰਗੀਕਰਨ ਹੁੰਦਾ ਕੀ ਹੈ? ਬੱਚਿਓ, ਵੱਡੇ ਵਰਗਾਂ ਦੇ ਵਿੱਚ ਵੱਡੇ ਸਮੂਹ ਬਣਾਉਣ ਵਾਸਤੇ ਅਸੀਂ ਬਾਹਰੀ ਲੱਛਣਾਂ ਨੂੰ ਜਾਂ ਘੱਟ ਸਾਂਝੇ ਲੱਛਣਾਂ ਨੂੰ ਇੱਕ ਵੱਡੇ ਗਰੁੱਪ ਵਿੱਚ ਰੱਖਦੇ ਹਾਂ। ਥੋੜ੍ਹੇ ਵੱਧ ਸਾਂਝੇ ਲੱਛਣਾਂ ਨੂੰ ਅਸੀਂ ਉਸ ਤੋਂ ਛੋਟੇ ਗਰੁੱਪ ਵਿੱਚ ਰੱਖਦੇ ਹਾਂ ਅਤੇ ਜ਼ਿਆਦਾ ਸਾਂਝੇ ਲੱਛਣਾਂ ਨੂੰ ਅਸੀਂ ਸਬ ਗਰੁੱਪਾਂ ਦੇ ਵਿੱਚ ਰੱਖ ਦਿੰਦੇ ਹਾਂ। ਇਸ ਤਰ੍ਹਾਂ ਨਾਲ ਜੀਵਾਂ ਨੂੰ ਵੱਖ-ਵੱਖ ਸਮੂਹਾਂ ਵਿੱਚ ਵੰਡਣਾ ਵਰਗੀਕਰਨ ਅਖਵਾਉਂਦਾ ਹੈ। ਵਰਗੀਕਰਨ ਦਾ ਆਧਾਰ ਸਮਾਨਤਾਵਾਂ ਅਤੇ ਭਿੰਨਤਾਵਾਂ ਹੁੰਦੀਆਂ ਹਨ। ਜਿਵੇਂ ਕਿ ਇਸ ਤਸਵੀਰ ਵਿੱਚ ਇੱਕ ਆਦਮੀ, ਚੂਹਾ, ਭਾਲੂ ਅਤੇ ਇੱਕ ਗਿਲਹਰੀ ਦੇ ਪੰਜੇ ਦਿਖਾਏ ਗਏ ਹੈ। ਜਿਵੇਂ ਕਿ ਪੰਜਾ ਸ਼ਬਦ ਮਤਲਬ ਪੰਜ, ਮਨੁੱਖ ਦੀਆਂ 5 ਉਂਗਲਾਂ, ਚੂਹੇ ਦੇ ਪੈਰ ਦੇ ਨਿਸ਼ਾਨ ਵੀ ਜੇ ਤੁਸੀਂ ਕਦੇ ਦੇਖੇ ਹੋਣ ਤਾਂ ਉਹਦੇ ਵੀ 5 ਉਂਗਲਾਂ ਦੇ ਨਿਸ਼ਾਨ ਹੈ ਜਿਹੜੇ ਅਸੀਂ ਦੇਖ ਸਕਦੇ ਹਾਂ। ਇਸੇ ਤਰ੍ਹਾਂ ਭਾਲੂ ਦੇ ਵੀ 5 ਡਿਜਿਟਸ, 5 ਉਂਗਲਾਂ ਅਸੀਂ ਦੇਖ ਸਕਦੇ ਹਾਂ। ਇਸੇ ਤਰ੍ਹਾਂ ਹੀ ਗਿਲਹਰੀ ਦੇ ਵਿੱਚ। ਕਹਿਣ ਤੋਂ ਭਾਵ ਹੈ ਕਿ ਇਹਨਾਂ ਸਾਰੇ ਜੀਵਾਂ ਵਿੱਚ ਕੁਝ ਸਮਾਨਤਾਵਾਂ ਨਜ਼ਰ ਆਉਂਦੀਆਂ ਹਨ। ਇਸੇ ਤਰ੍ਹਾਂ ਨਾਲ ਅਸੀਂ ਬਾਹਰੀ ਲੱਛਣ ਸਾਨੂੰ ਬੇਸ਼ੱਕ ਅਲੱਗ ਦਿਖਾਈ ਦੇ ਰਹੇ ਹੈ, ਪਰੰਤੂ ਉਹਨਾਂ ਵਿੱਚ ਕੰਮ ਦੀ ਸਮਾਨਤਾ ਨਜ਼ਰ ਆਉਂਦੀ ਹੈ। ਜਿਵੇਂ ਕਿ ਇੱਕ ਵੇਲ ਹੈ, ਉਹਦੀ ਪੂਛ, ਇੱਕ ਡੱਡੂ ਹੈ, ਉਸਦੇ ਪੈਰ ਅਤੇ ਮਨੁੱਖ ਦੀ ਲੱਤ, ਇਹਨਾਂ ਤਿੰਨਾਂ ਦਾ ਕੰਮ ਇੱਕੋ ਹੀ ਹੈ, ਚੱਲਣਾ। ਤਾਂ ਇਹੋ ਜਿਹੇ ਲੱਛਣਾਂ ਨੂੰ ਅਸੀਂ ਸਮਾਨ ਲੱਛਣ ਕਹਿੰਦੇ ਹਾਂ। ਵਰਗੀਕਰਨ ਦਾ ਆਧਾਰ ਬਣ ਜਾਂਦੇ ਹੈ। ਇਹ ਜਿਹੜੇ ਲੱਛਣ ਹੈ, ਭਾਵੇਂ ਉਹ ਬਾਹਰੀ ਹੋਣ ਅਤੇ ਭਾਵੇਂ ਉਹਨਾਂ ਦੇ ਕੰਮ ਕਰਨ ਦਾ ਕੋਈ ਤਰੀਕਾ ਹੋਵੇ, ਇਹ ਸਮੇਂ ਦੇ ਨਾਲ ਲਗਾਤਾਰ ਬਦਲਦੇ ਰਹਿੰਦੇ ਹਨ ਅਤੇ ਇਸ ਬਦਲਦੇ ਰਹਿਣ ਨੂੰ, ਇਸ ਬਦਲਾਅ ਨੂੰ ਹੀ ਅਸੀਂ ਜੀਵ ਵਿਕਾਸ ਕਹਿੰਦੇ ਹਾਂ। ਬੱਚਿਓ, ਵਰਗੀਕਰਨ ਨੂੰ ਸਮਝਣ ਲਈ ਸਾਨੂੰ ਜੀਵ ਵਿਕਾਸ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਜੀਵ ਵਿਕਾਸ ਨੂੰ ਸਮਝੇ ਬਿਨਾਂ ਅਸੀਂ ਜੀਵਾਂ ਦਾ ਵਰਗੀਕਰਨ ਹੈ ਉਹ ਸਹੀ ਢੰਗ ਨਾਲ ਨਹੀਂ ਕਰ ਸਕਦੇ। ਇਸ ਜੀਵ ਵਿਕਾਸ ਨੂੰ ਦੇਖਦਿਆਂ ਹੋਇਆਂ ਇੱਕ ਬਹੁਤ ਮਹਾਨ ਵਿਗਿਆਨੀ ਹੋਏ ਨੇ ਚਾਰਲਸ ਡਾਰਵਿਨ। ਉਹਨਾਂ ਨੇ ਜੀਵਾਂ ਦੇ ਵਿਕਾਸ ਦੇ ਉੱਪਰ ਇੱਕ ਆਪਣੀ ਕਿਤਾਬ ਲਿਖੀ ਸੀ, ਓਰੀਜਨ ਆਫ ਸਪੀਸੀਜ਼। ਉਹ ਸਾਨੂੰ ਇਸ ਜੀਵ ਵਿਕਾਸ ਬਾਰੇ ਬਹੁਤ ਹੀ ਡਿਟੇਲ ਨਾਲ ਸਮਝਾਉਂਦੀ ਹੈ। ਇਸ ਕਿਤਾਬ ਦੇ ਪੜ੍ਹਦਿਆਂ, ਇਹਨੂੰ ਸਮਝਦਿਆਂ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਿਗਿਆਨੀ ਸੀ ਉਹਨਾਂ ਨੇ ਵਰਗੀਕਰਨ ਨੂੰ ਇੱਕ ਸਾਇੰਟੀਫਿਕ ਸੇਧ ਦਿੱਤੀ, ਜਿਸ ਦਾ ਆਧਾਰ ਇਸ ਕਿਤਾਬ ਤੋਂ ਹੀ ਸ਼ੁਰੂ ਹੁੰਦਾ ਹੈ। ਜੀਵਾਂ ਦਾ ਵਿਕਾਸ ਹੈ ਜਿਹੜਾ ਉਹ ਚੱਲਦਾ ਚੱਲਦਾ ਇਸ ਤਰ੍ਹਾਂ ਬਣ ਜਾਂਦਾ ਹੈ ਕਿ ਜੀਵ ਹੈ ਜਿਹੜੇ ਉਹ ਆਲੇ ਦੁਆਲੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣ ਲੱਗ ਪੈਂਦੇ ਹਨ। ਇਸ ਵਿਕਾਸ ਨੂੰ ਸਮਝਦਿਆਂ ਹੋਇਆਂ ਵਿਗਿਆਨੀ ਕਾਰਲ ਲੀਨੀਅਸ, ਇਹਨਾਂ ਨੇ ਪੋਸ਼ਣ ਦੇ ਆਧਾਰ 'ਤੇ ਜੀਵਾਂ ਨੂੰ 2 ਵਰਗਾਂ ਵਿੱਚ ਵੰਡਿਆ। ਇਹਨਾਂ ਨੇ 2 ਸਮੂਹ ਬਣਾਏ, ਪੌਦਾ ਜਗਤ ਅਤੇ ਜੀਵ ਜਗਤ।
क्योंकि सानू सब नू पता है कि पौधे अपना भोजन आप बना सकते हैं, इसलिए उन्होंने एक इन्हों वखरा ग्रुप दिता। उन्हों का नाम सी किंगडम प्लांटी, जिसनों असी पौधा जगत कह सकते हाँ। वो जीव जिहड़े अपना भोजन खुद नहीं बना सकते, उसनों एक वखरे वर्ग विच रखिया ते नाम उन्होंने दिता किंगडम एनीमेलिया, जिन्हों असी जीव जगत भी कहते हाँ। परंतु होर जिहड़े छोटे जीव सी उन्हां बारे उन्हां ने कोई विचार नहीं दिते। अर्नेस्ट हैकल एक होर विग्यानी होए जिन्हां ने किंगडम प्लांटी ते किंगडम एनीमेलिया इन्हां दोनां दे नाल नाल छोटे जीवां नूं किंगडम प्रोटिस्टा दे विच शामिल कर दिता। इस तो बाद कोपलैंड नाम दे विग्यानी उन्हां ने किंगडम प्लांटी, किंगडम एनीमेलिया, प्रोटिस्टा दे नाल नाल बहुत छोटे जीवां नूं एक वखरे वर्ग विच रख दिता अते नाम दिता मोनेरा। तो हुण तक साडे कोले 4 जगत है जिहड़े ओह आ चुके, पौधा जगत, जीव जगत, प्रोटिस्टा ते मोनेरा। परंतु जीवां दा वर्गीकरण हले भी पूरा नहीं सी होया। इसनूं पूरा करदे एक विग्यानी रॉबर्ट विटकर उन्हां ने 5 जगत 5 किंगडम सिस्टम ऑफ क्लासीफिकेशन दिता, जिसनूं असी अज भी मानते हैं। इस 5 जगत दे सिस्टम दे विच असी पौधा जगत, जीव जगत, प्रोटिस्टा, मोनेरा अते माइकोटा ये 5 वर्ग पढ़ते हैं। इन्हां 5 जगतां नूं वंडन लई उन्हां ने जीव विकास नूं आधार बनाया। जीव विकास दे नाल नाल सैलां दी बनतर किहो जिही है, इन्हां सारे जीवां दा भोजन ग्रहण करन दा तरीका की है, इन्हां दे शरीरक बनतर दे विच अंग प्रणाली है, टिशू प्रणाली है जां सैल सिस्टम है, इहो जे सारे गुणां नूं उन्हां ने अपनी वंड प्रणाली दा वर्गीकरण दा आधार बनाया। इसे लई ये सब तो वध मन्निया जाण वाला ते अज तक मन्निया जाण वाला क्लासीफिकेशन दा सिस्टम है। इस क्लासीफिकेशन सिस्टम नूं होर चंगी तरह समझण लई हरेक किंगडम नूं उन्हां ने किवें ग्रुप दे विच रखिया, उस लई उन्हां ने सानूं एक हायरार्की सिस्टम जां पदक्रम दिता। इस हायरार्की सिस्टम दे विच असी सब तो वड्डा ग्रुप है जिहड़ा जिन्हों असी किंगडम दे नाम नाल जाणदे हां। असी इत्थे एग्जाम्पल लैके चल रहे हाँ किंगडम एनीमेलिया दी। तां एनीमल किंगडम नूं अगे समझण लई असी वध समान गुणां वाले जिहड़े जीव है उन्हां नूं असी एक छोटे ग्रुप च रखिया जिहड़ा किंगडम तो छोटा है, उसनूं असी फाइलम कहने हाँ। फाइलम तो छोटा ग्रुप जिहदे विच जीवां विच समानता वध हुंदी है उसनूं असी क्लास कहंदे हाँ। क्लास तो छोटा ग्रुप पर जीवां विच समानता क्लास नालों भी वधेरे होवेगी, उसनूं असी ऑर्डर। इसे तरह फैमिली, उस तो बाद होर छोटा ग्रुप जीनस जिहदे विच काफ़ी समानता हुंदी है जीवां दे विच, ते सब तो छोटा ग्रुप स्पीसीज़ या प्रजाति भी असी जिसनूं कहने हाँ उसनूं रखिया गया। स्पीसीज़ जां प्रजातियां एक जीवां दा अजिहा समूह हुंदे हन जो इक्को जे अजिहे जीव जिन्हां दा खाण पीण दा सिस्टम, रहन सहन दी थां ते इस तो भी वध अपने वर्गे होर जीव पैदा करन दी समर्था होवे, उन्हां नूं असी स्पीसीज़ कहंदे हां। एनीमल किंगडम दे नाल नाल यह हायरार्की सिस्टम असी प्लांट किंगडम पौधा जगत बारे भी
ਦੇਖਦੇ ਹਾਂ। ਇਹਦੇ ਵਿੱਚ ਸਿਰਫ ਇੰਨਾ ਕੁ ਫਰਕ ਰਹਿੰਦਾ ਹੈ ਕਿ ਅਸੀਂ ਐਨੀਮਲ ਕਿੰਗਡਮ ਲਈ ਫਾਈਲਮ ਵਰਤਦੇ ਹਾਂ ਸ਼ਬਦ, ਅਤੇ ਪੌਦਿਆਂ ਲਈ ਫਾਈਲਮ ਦੀ ਜਗ੍ਹਾ 'ਤੇ ਅਸੀਂ ਡਿਵੀਜ਼ਨ। ਬਾਕੀ ਸਾਰੇ ਸਬ ਗਰੁੱਪ, ਕਲਾਸ, ਆਰਡਰ, ਫੈਮਲੀ, ਜੀਨਸ ਅਤੇ ਸਪੀਸੀਜ਼ ਸੇਮ ਰਹਿੰਦੇ ਆ। ਫਾਈਵ ਕਿੰਗਡਮ ਸਿਸਟਮ ਅਤੇ ਜੀਵ ਵਿਕਾਸ ਨੂੰ ਜੇ ਅਸੀਂ ਜੋੜ ਕੇ ਸਮਝੀਏ ਤਾਂ ਸਾਨੂੰ ਇਹ ਇੱਕ ਐਵੋਲਿਊਸ਼ਨ ਟਰੀ ਮਿਲਦਾ। ਜੀਵ ਵਿਕਾਸ ਦਾ ਇੱਕ ਟਰੀ ਦੇ ਰੂਪ ਵਿੱਚ ਡਾਇਗਰਾਮ ਮਿਲਦੀ ਹੈ। ਇਸ ਦੇ ਬੇਸ ਦੇ ਵਿੱਚ ਕਿੰਗਡਮ ਮੋਨਰਾ ਮਤਲਬ ਪਾਣੀ ਵਿੱਚ ਰਹਿਣ ਵਾਲੇ ਬਹੁਤ ਹੀ ਛੋਟੇ ਛੋਟੇ ਜੀਵ, ਜਿਨ੍ਹਾਂ ਤੋਂ ਇਹ ਮੰਨਿਆ ਜਾਂਦਾ ਹੈ ਕਿ ਬਾਕੀ ਸਾਰੇ ਕਿੰਗਡਮ ਦੇ ਜੋ ਜੀਵ ਹੈ ਉਹਨਾਂ ਦਾ ਐਵੋਲਿਊਸ਼ਨ ਹੋਇਆ ਹੈ, ਵਿਕਾਸ ਹੋਇਆ ਹੈ। ਕਿੰਗਡਮ ਮੋਨਰਾ ਤੋਂ ਵਿਕਸਿਤ ਹੁੰਦਿਆਂ ਹੁੰਦਿਆਂ ਪ੍ਰੋਟਿਸਟਾ, ਜਿਹੜੇ ਪਾਣੀ ਵਿੱਚ ਰਹਿਣ ਵਾਲੇ ਵੱਖ-ਵੱਖ ਪ੍ਰਕਾਰ ਦੇ ਜੀਵ, ਕੁਝ ਇਹਨਾਂ ਪ੍ਰੋਟਿਸਟਾ ਤੋਂ ਇਸ ਤਰ੍ਹਾਂ ਦੇ ਮੋਨਰਾ ਤੋਂ ਕੁਝ ਇਹੋ ਜਿਹੇ ਜੀਵ ਜਿਹੜੇ ਆਪਣਾ ਭੋਜਨ ਬਿਲਕੁਲ ਵੀ ਆਪ ਨਹੀਂ ਬਣਾ ਸਕਦੇ ਸੀ, ਉਹਨਾਂ ਨੂੰ ਜਿਹੜਾ ਅਸੀਂ ਵੱਖਰੇ ਗਰੁੱਪ ਦੇ ਵਿੱਚ ਰੱਖਿਆ, ਜਿਸ ਨੂੰ ਮਾਈਕੋਟਾ ਜਾਂ ਫੰਜਾਈ ਗਰੁੱਪ ਦਾ ਨਾਮ ਦਿੱਤਾ। ਇਸੇ ਤਰ੍ਹਾਂ ਨਾਲ ਇਸੇ ਹੀ ਐਵੋਲਿਊਸ਼ਨ ਟਰੀ ਦੇ ਵਿੱਚੋਂ ਇੱਕ ਵੱਖਰਾ ਗਰੁੱਪ ਨਿਕਲਿਆ, ਜਿਸ ਨੂੰ ਅਸੀਂ ਕਿੰਗਡਮ ਪਲਾਂਟੀ ਦਾ ਨਾਮ ਦਿੱਤਾ, ਜੋ ਆਪਣਾ ਭੋਜਨ ਆਪ ਬਣਾ ਸਕਦੇ ਸੀ, ਜਿਨ੍ਹਾਂ ਨੂੰ ਅਸੀਂ ਪੌਦਾ ਜਗਤ ਕਹਿੰਦੇ ਹਾਂ। ਇਸੇ ਤਰ੍ਹਾਂ ਨਾਲ ਸਾਡੇ ਕੋਲੇ ਕਿੰਗਡਮ ਐਨੀਮੇਲੀਆ, ਇਹ ਇੱਕ ਗਰੁੱਪ ਹੈ, ਉਹ ਵੀ ਇਸੇ ਹੀ ਐਵੋਲਿਊਸ਼ਨ ਟਰੀ ਦਾ ਹਿੱਸਾ ਹੈ। ਕਹਿਣ ਤੋਂ ਭਾਵ ਇਹ ਹੈ ਕਿ 5 ਕਿੰਗਡਮ ਸਿਸਟਮ ਅਤੇ ਐਵੋਲਿਊਸ਼ਨ, 5 ਜਗਤ ਪ੍ਰਣਾਲੀ ਅਤੇ ਜੀਵ ਦਾ ਵਿਕਾਸ, ਇਹਨਾਂ ਦੋਨਾਂ ਨੂੰ ਸਾਨੂੰ ਇਕੱਠਿਆਂ ਹੀ ਸਮਝਣਾ ਪੈਂਦਾ, ਫਿਰ ਹੀ ਅਸੀਂ ਇਸ ਸਾਰੇ ਸਿਸਟਮ ਦੀ ਜਾਣਕਾਰੀ ਲੈ ਸਕਦੇ ਹਾਂ। ਹੁਣ ਇੱਕ ਇੱਕ ਕਰਕੇ ਅਸੀਂ ਇਹਨਾਂ ਸਾਰੇ ਕਿੰਗਡਮਸ ਦੇ ਕੁਝ ਜੀਵਾਂ ਬਾਰੇ ਪੜ੍ਹਦੇ ਹਾਂ ਤਾਂ ਕਿ ਸਾਨੂੰ ਮੁੱਢਲੀ ਜਾਣਕਾਰੀ ਪ੍ਰਾਪਤ ਹੋ ਜਾਵੇ। ਫਸਟ ਕਿੰਗਡਮ ਮੋਨਰਾ। ਇਹ ਜਗਤ ਮੋਨਰਾ ਦੇ ਕੁਝ ਜੀਵਾਂ ਦੀਆਂ ਤਸਵੀਰਾਂ ਹੈ, ਜਿਨ੍ਹਾਂ ਨੂੰ ਅਸੀਂ ਬੈਕਟੀਰੀਆ ਵੀ ਆਖਦੇ ਹਾਂ। ਇਹ ਵਰਗ ਇੱਕ ਅਜਿਹਾ ਵਰਗ ਹੈ ਜਿਸ ਵਿੱਚ ਬਹੁਤ ਹੀ ਸਧਾਰਨ ਅਤੇ ਬਹੁਤ ਹੀ ਸੂਖਮ ਸੈੱਲ ਆ ਜਿਹੜੇ ਉਹ ਰੱਖੇ ਜਾਂਦੇ ਹਨ। ਇਹਨਾਂ ਸਾਰੇ ਸੈੱਲਾਂ ਨੂੰ ਅਸੀਂ ਪ੍ਰੋਕੈਰੀਓਟਿਕ ਸੈੱਲ ਵੀ ਆਖਦੇ ਹਾਂ। ਉਹਨਾਂ ਬਾਰੇ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਪ੍ਰੋਕੈਰੀਓਟਿਕ ਸੈੱਲਸ ਕੀ ਹੁੰਦੇ ਆ। ਇਹਨਾਂ ਦਾ ਕੇਂਦਰਕ, ਇਹਨਾਂ ਦਾ ਨਿਊਕਲੀਅਸ ਹੈ ਜਿਹੜਾ, ਉਹ ਚੰਗੀ ਤਰ੍ਹਾਂ ਨਾਲ ਡਿਵੈਲਪ ਨਹੀਂ ਹੋਇਆ ਹੁੰਦਾ, ਸਗੋਂ ਇਹਨਾਂ ਦੇ ਗੁਣ ਸੂਤਰ ਖੁੱਲ੍ਹੇ ਹੀ ਸਾਈਟੋਪਲਾਜ਼ਮ ਦੇ ਵਿੱਚ ਪਏ ਹੁੰਦੇ ਆ। ਇਹਨਾਂ ਦੀ ਜਿਹੜੀ ਸੈੱਲ ਮੈਂਬਰੇਨ ਹੈ, ਉਹਦੇ ਆਲੇ ਦੁਆਲੇ ਸਖਤ ਸੈੱਲ ਕੰਧ ਵੀ ਹੁੰਦੀ ਹੈ, ਸੈੱਲ ਵਾਲ ਵੀ ਹੁੰਦੀ ਹੈ। ਬੈਕਟੀਰੀਆ ਜਿਹੜੇ, ਉਹਨਾਂ ਨੂੰ ਅਸੀਂ 2 ਵਰਗਾਂ 'ਚ ਵੰਡ ਦਿੰਦੇ ਹਾਂ। ਬਿਲਕੁਲ ਉਸੇ ਤਰ੍ਹਾਂ ਨਾਲ ਕੁਝ ਆਪਣਾ ਭੋਜਨ ਆਪ ਬਣਾਉਂਦੇ ਹੈ, ਕੁਝ ਬਾਹਰੋਂ ਮਾਧਿਅਮ ਤੋਂ ਪ੍ਰਾਪਤ ਕਰਦੇ ਹੈ। ਜਿਹੜੇ ਬੈਕਟੀਰੀਆ ਆਪਣਾ ਭੋਜਨ ਆਪ ਬਣਾ ਸਕਦੇ, ਉਹਨਾਂ ਨੂੰ ਅਸੀਂ ਸਾਈਨੋ ਬੈਕਟੀਰੀਆ ਆਖਦੇ ਹਾਂ। ਇਸ ਦੀ ਸੈੱਲ ਬਣਤਰ ਨੂੰ ਦੇਖਦਿਆਂ ਤੁਸੀਂ ਦੇਖੋਗੇ ਕਿ ਇਸ ਦੇ ਆਲੇ ਦੁਆਲੇ ਛੋਟੇ ਛੋਟੇ ਧਾਗਿਆਂ ਵਰਗੀਆਂ ਰਚਨਾਵਾਂ ਹੈ, ਜਿਹੜੀਆਂ ਇਸ ਨੂੰ ਚੱਲਣ ਫਿਰਨ ਦੇ ਵਿੱਚ ਸਹਾਇਤਾ ਕਰਦੀਆਂ। ਇਹ ਸੈੱਲ ਹੈ ਜਿਹੜੇ ਬੈਕਟੀਰੀਆ ਦੇ ਸੈੱਲ ਹੈ, ਇਹ ਇਹਨਾਂ ਦੀ ਸਹਾਇਤਾ ਨਾਲ ਮੂਵ ਕਰਦੇ ਰਹਿੰਦੇ ਹੈ। ਅਗਲਾ ਸਾਡੇ ਕੋਲੇ ਕਿੰਗਡਮ ਹੈ ਕਿੰਗਡਮ ਪ੍ਰੋਟਿਸਟਾ। ਇਹ ਸੂਖਮ ਜੀਵ ਹੁੰਦੇ ਆ, ਬਹੁਤ ਛੋਟੇ ਜੀਵ ਹੁੰਦੇ ਆ। ਇਹ ਵੀ ਨੰਗੀਆਂ ਅੱਖਾਂ ਨਾਲ ਸਾਨੂੰ ਦਿਖਾਈ ਨਹੀਂ ਦਿੰਦੇ, ਪਰੰਤੂ ਪ੍ਰੋਕੈਰੀਓਟਿਕ ਸੈੱਲਾਂ ਨਾਲੋਂ ਜ਼ਰੂਰ ਇਹ ਥੋੜ੍ਹੇ ਵੱਡੇ ਹੁੰਦੇ ਆ, ਕਿਉਂਕਿ ਇਹ ਯੂਕੈਰੀਓਟਿਕ ਵਰਗ ਦੇ ਸੈੱਲਸ ਆ ਜਾਂਦੇ ਆ। ਇਹਨਾਂ ਵਿੱਚ ਵਿਕਸਿਤ ਨਿਊਕਲੀਅਸ ਹੁੰਦਾ ਹੈ। ਇਹਨਾਂ ਦਾ ਜਿਹੜਾ ਜੀਵ ਸੰਗਠਨ ਹੈ ਉਹ ਸੈੱਲ ਪੱਧਰ ਦਾ ਹੁੰਦਾ ਹੈ। ਜੀਵ ਸੰਗਠਨ ਸੈੱਲ ਪੱਧਰ ਦਾ ਤੋਂ ਭਾਵ
ਕਿ ਇਹਨਾਂ ਦੇ ਇੱਕ ਸੈੱਲ ਵਿੱਚ ਹੀ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੁੰਦਾ ਹੈ ਜਿਸ ਨਾਲ ਇਹ ਆਪਣਾ ਭੋਜਨ ਪ੍ਰਾਪਤ ਵੀ ਕਰਦੇ ਹੈ, ਚਲਦੇ ਫਿਰਦੇ ਵੀ ਹੈ ਤੇ ਇਸੇ ਤਰ੍ਹਾਂ ਨਾਲ ਆਪਣੇ ਭੋਜਨ ਦਾ ਪਾਚਨ ਵੀ ਕਰਦੇ ਹੈ। ਇਸ ਡਾਇਗਰਾਮ ਦੇ ਵਿੱਚ ਤੁਸੀਂ ਇੱਕ ਉਦਾਹਰਨ ਦੇਖ ਰਹੇ ਹੋ। ਇਸ ਜੀਵ ਦਾ ਨਾਮ ਹੈ ਯੂਗਲਿਨ। ਇਹ ਪ੍ਰੋਟਿਸਟਨ ਹੈ। ਪ੍ਰੋਟਿਸਟਾ ਜਗਤ ਨਾਲ ਸੰਬੰਧਿਤ ਹੈ। ਇਸ ਦਾ ਇੱਕ ਛੋਟਾ ਜਿਹਾ ਵਾਲ ਵਰਗੀ ਰਚਨਾ ਤੁਸੀਂ ਦੇਖ ਰਹੇ ਹੋ ਜਿਸ ਨੂੰ ਅਸੀਂ ਫਲੈਜਲਾ ਕਹਿੰਦੇ ਹਾਂ। ਇਹ ਫਲੈਜਲਾ ਇਸ ਨੂੰ ਚੱਲਣ ਫਿਰਨ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਅੰਦਰ ਜੋ ਤੁਸੀਂ ਦੇਖ ਰਹੇ ਹੋ ਕਾਲੇ ਰੰਗ ਦੀ ਇੱਕ ਡਾਟ ਹੈ ਛੋਟੀ ਜੀ, ਜਿਹੜਾ ਇਹ ਭੋਜਨ ਇਹਨੇ ਗ੍ਰਹਿਣ ਕੀਤਾ ਹੋਇਆ। ਇਸੇ ਤਰ੍ਹਾਂ ਨਾਲ ਇਸ ਦੇ ਅੰਦਰ ਨਿਊਕਲੀਅਸ ਤੇ ਬਾਕੀ ਸਾਰੇ ਸੈੱਲ ਦੇ ਨਿੱਕੜੇ ਅੰਗ ਮੌਜੂਦ ਹੁੰਦੇ ਹਨ ਜੋ ਸਾਰੀਆਂ ਜੈਵਿਕ ਪ੍ਰਕਿਰਿਆਵਾਂ ਬਹੁਤ ਹੀ ਬਾਖੂਬੀ ਨਿਭਾਉਂਦੇ ਹਨ। ਇਸੇ ਵਰਗ ਵਿੱਚ ਅਮੀਬਾ ਵੀ ਆਉਂਦਾ ਹੈ। ਅਸੀਂ ਛੋਟੀਆਂ ਕਲਾਸਾਂ ਤੋਂ ਇਸ ਬਾਰੇ ਪੜ੍ਹਦੇ ਆ ਰਹੇ ਹਾਂ। ਇਹ ਇੱਕ ਸੈਲੀ ਜੀਵ ਹੁੰਦਾ ਹੈ, ਨਿਊਕਲੀਅਸ ਹੁੰਦਾ ਇਹਦੇ ਵਿੱਚ। ਇਸ ਦੇ ਝੂਠੇ ਪੈਰ ਹੁੰਦੇ ਆ ਜਿਨ੍ਹਾਂ ਨੂੰ ਸਿਊਡੋਪੋਡੀਆ ਕਹਿੰਦੇ ਹਾਂ, ਜਿਨ੍ਹਾਂ ਦੀ ਸਹਾਇਤਾ ਨਾਲ ਇਹ ਭੋਜਨ ਨੂੰ ਅੱਗੇ ਲੈ ਕੇ ਜਾਂਦਾ ਹੈ। ਇਸ ਵਿੱਚ ਵੀ ਸਾਰਾ ਸੈੱਲ ਪੱਧਰ ਦਾ ਸੰਗਠਨ ਹੁੰਦਾ ਹੈ। ਇਸੇ ਤਰ੍ਹਾਂ ਨਾਲ ਤੁਸੀਂ ਪੈਰਾਮੀਸ਼ੀਅਮ ਦੀ ਡਾਇਗਰਾਮ ਦੇਖ ਰਹੇ ਹੋ। ਇਸ ਦੇ ਆਲੇ ਦੁਆਲੇ ਛੋਟੇ ਛੋਟੇ ਵਾਲਾਂ ਵਰਗੀਆਂ ਰਚਨਾਵਾਂ ਜਿਸ ਨੂੰ ਅਸੀਂ ਸੀਲੀਆ ਕਹਿੰਦੇ ਹਾਂ। ਇਹਨਾਂ ਸੀਲੀਆ ਦੀ ਸਹਾਇਤਾ ਨਾਲ ਇਹ ਪਾਣੀ ਵਿੱਚ ਤੈਰਦਾ ਰਹਿੰਦਾ ਹੈ। ਇਸ ਵਿੱਚ ਵੀ ਨਿਊਕਲੀਅਸ ਸਪਸ਼ਟ ਦੇਖਿਆ ਜਾ ਸਕਦਾ ਹੈ। ਭੋਜਨ ਗ੍ਰਹਿਣ ਕਰਨਾ, ਉਸ ਦਾ ਸੋਖਣ ਕਰਨਾ, ਫਿਰ ਉਸ ਦਾ ਨਿਸ਼ਕਾਸ਼ਨ ਕਰਨਾ, ਇਹ ਸਾਰੀਆਂ ਕਿਰਿਆਵਾਂ ਇੱਕੋ ਹੀ ਸੈੱਲ ਦੁਆਰਾ ਕੀਤੀਆਂ ਜਾਂਦੀਆਂ ਹਨ। ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਕਿੰਗਡਮ ਮਾਈਕੋਟਾ। ਮਾਈਕੋਟਾ ਭਾਵ ਫੰਜਾਈ। ਇਹ ਤੁਸੀਂ ਸਭ ਨੇ ਛੋਟੀਆਂ ਕਲਾਸਾਂ 'ਚ ਪੜ੍ਹਿਆ ਹੋਇਆ ਹੈ। ਫੰਜਾਈ ਵਰਗ ਦੇ ਵਿੱਚ ਅਸੀਂ ਉੱਲੀ ਜਿਸ ਨੂੰ ਕਹਿੰਦੇ ਹਾਂ, ਕੁਝ ਖਾਣਯੋਗ ਹੁੰਦੀਆਂ ਹਨ, ਕੁਝ ਨੁਕਸਾਨਦਾਇਕ ਹੁੰਦੀਆਂ ਹਨ। ਖਾਣਯੋਗ ਉੱਲੀ ਦੇ ਵਿੱਚ ਅਸੀਂ ਮਸ਼ਰੂਮਸ ਜਿਹੜੇ ਸਬਜ਼ੀ ਬਣਾਉਂਦੇ ਹਾਂ ਜਿਨ੍ਹਾਂ ਦੀ, ਅਤੇ ਬਾਕੀ ਕੁਝ ਹਾਨੀਕਾਰਕ ਉੱਲੀ ਵੀ ਹੁੰਦੀ ਹੈ ਜਿਹੜੀ ਸਾਡੇ ਭੋਜਨ ਨੂੰ ਵੀ ਖਰਾਬ ਕਰਦੀ ਹੈ ਅਤੇ ਸਾਨੂੰ ਬਿਮਾਰ ਵੀ ਕਰਦੀ ਹੈ। ਇਸ ਜਗਤ ਦੀ ਖਾਸੀਅਤ ਇਹ ਹੈ ਕਿ ਇਹ ਗਲੇ ਸੜੇ ਪਦਾਰਥਾਂ ਦੇ ਉੱਤੇ ਹੀ ਆਪਣਾ ਭੋਜਨ ਪ੍ਰਾਪਤ ਕਰਦੇ, ਆਪਣਾ ਭੋਜਨ ਆਪ ਨਹੀਂ ਬਣਾ ਸਕਦੇ। ਅਗਲਾ ਵਰਗ ਜੋ ਕਾਫੀ ਵਿਸ਼ਾਲ ਹੈ, ਇਹਦੇ ਵਿੱਚ ਅੱਗੇ ਜਦੋਂ ਅਸੀਂ ਡਿਟੇਲ ਪੜ੍ਹਾਂਗੇ ਤਾਂ ਉਹਦੇ ਵਿੱਚ ਹੋਰ ਕਈ ਵਰਗ ਪੜ੍ਹਾਂਗੇ ਅਸੀਂ। ਇਹਦੇ ਕਿੰਗਡਮ ਪਲਾਂਟੀ, ਪਲਾਂਟਸ ਨੂੰ ਅਸੀਂ ਇਸ ਗਰੁੱਪ ਦੇ ਵਿੱਚ ਰੱਖਦੇ ਹਾਂ। ਅਤੇ ਅੱਗੇ ਜਿਹੜੇ ਪਲਾਂਟਸ ਹੈ ਉਹਨਾਂ ਦੇ ਅੱਗੇ ਕਈ ਵਰਗ ਹੈ। ਇਹਨਾਂ ਸਾਰੇ ਪਲਾਂਟਸ ਦੇ ਵਿੱਚ ਟਿਸ਼ੂ ਪੱਧਰ ਦਾ ਸੰਗਠਨ ਹੁੰਦਾ ਹੈ, ਭਾਵ ਇਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਟਿਸ਼ੂ ਬਣੇ ਹੁੰਦੇ ਆ। ਅਸੀਂ ਪੜ੍ਹਿਆ ਹੋਇਆ ਜ਼ਾਈਲਮ, ਫਲੋਇਮ, ਇਸ ਤਰ੍ਹਾਂ ਇਹਨਾਂ ਦੀ ਸੈੱਲ ਵੰਡ ਹੁੰਦੀ ਹੈ ਜਿਹਦੇ ਨਾਲ ਇਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਪਾਣੀ ਲੈ ਕੇ ਜਾਣਾ, ਬਣੇ ਹੋਏ ਭੋਜਨ ਨੂੰ ਇੱਧਰ ਆਦਾਨ ਪ੍ਰਦਾਨ ਕਰਨਾ। ਤਾਂ ਇਹ ਟਿਸ਼ੂ ਪੱਧਰੀ ਸੰਗਠਨ ਹੁੰਦਾ ਪੌਦਿਆਂ ਦੇ ਵਿੱਚ। ਯੂਕੈਰੀਓਟਿਕ ਸੈੱਲ ਹੁੰਦੇ ਆ। ਅਤੇ ਇੱਕ ਸਪੈਸ਼ਲ ਗੁਣ ਹੁੰਦਾ ਇਸ ਕਿੰਗਡਮ ਦੇ, ਸਾਰੇ ਹੀ ਜਿੰਨੇ ਵੀ ਅਸੀਂ ਇਹਦੇ ਵਿੱਚ ਪਲਾਂਟਸ ਰੱਖਦੇ ਹਾਂ, ਪ੍ਰਕਾਸ਼ ਸੰਸਲੇਸ਼ਨ ਕਿਰਿਆ, ਆਪਣਾ ਭੋਜਨ ਆਪ ਬਣਾਉਣ ਦੀ ਕਿਰਿਆ, ਜਿਸ ਕਰਕੇ ਇਹਨਾਂ ਦਾ ਰੰਗ ਲਗਭਗ ਹਰਾ ਹੁੰਦਾ ਹੈ। ਇਸ ਤੋਂ ਅਗਲਾ ਜਗਤ ਕਿੰਗਡਮ ਐਨੀਮੇਲੀਆ। ਇਸ ਐਨੀਮਲ ਕਿੰਗਡਮ ਦੇ ਵਿੱਚ ਅਸੀਂ ਉਹ ਸਾਰੇ ਜੀਵ ਰੱਖਦੇ ਹਾਂ, ਭਾਵੇਂ ਉਹ ਸ਼ਾਕਾਹਾਰੀ ਹੋਣ, ਭਾਵੇਂ ਉਹ ਮਾਸਾਹਾਰੀ ਹੋਣ, ਭਾਵੇਂ ਉਹ ਵੱਡੇ ਹੋਣ ਅਤੇ ਭਾਵੇਂ ਉਹ ਛੋਟੇ ਹੋਣ। ਉਹ ਜੀਵ ਜਿਹੜੇ ਆਪਣਾ ਭੋਜਨ ਦੂਸਰੇ ਜੀਵਾਂ ਤੋਂ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਅਸੀਂ ਕਿੰਗਡਮ ਐਨੀਮੇਲੀਆ ਦੇ ਵਿੱਚ ਰੱਖਦੇ ਹਾਂ। ਇਸ ਦੇ ਛੋਟੇ ਵੱਡੇ ਜੀਵਾਂ ਦੇ ਅੱਗੇ ਜਿਹੜੇ ਗਰੁੱਪ ਬਣੇ ਹੋਏ ਆ ਜਿਨ੍ਹਾਂ ਦੀ ਅਸੀਂ ਗੱਲ ਕਰ ਚੁੱਕੇ ਹਾਂ, ਇਹਨਾਂ ਦੇ ਫਾਈਲਮ ਅਲੱਗ-ਅਲੱਗ, ਉਹ ਅਸੀਂ ਡਿਟੇਲ ਵਿੱਚ ਬਾਅਦ ਵਿੱਚ ਪੜ੍ਹਾਂਗੇ। ਇਹ ਬੱਚਿਓ ਤੁਹਾਡੇ ਅੱਜ ਦੇ ਲੈਸਨ ਦੇ ਵਿੱਚ ਮੁੱਢਲੀ ਜਾਣਕਾਰੀ ਸੀ 5 ਕਿੰਗਡਮ ਸਿਸਟਮ ਬਾਰੇ। ਕਿੰਗਡਮ ਮੋਨਰਾ, ਕਿੰਗਡਮ ਪ੍ਰੋਟਿਸਟਾ, ਕਿੰਗਡਮ ਫੰਜਾਈ ਜਾਂ ਮਾਈਕੋਟਾ, ਕਿੰਗਡਮ ਪਲਾਂਟੀ ਅਤੇ ਕਿੰਗਡਮ ਐਨੀਮੇਲੀਆ ਬਾਰੇ। ਹੁਣ ਇਹਨਾਂ ਸਾਰੇ ਜੀਵਾਂ ਨੂੰ ਅਸੀਂ ਗਰੁੱਪਾਂ ਵਿੱਚ, ਵਰਗਾਂ ਵਿੱਚ ਵੰਡ ਕੇ ਆਸਾਨੀ ਨਾਲ ਪੜ੍ਹ ਸਕਦੇ ਹਾਂ।
परंतु एक समस्या साडे अगे होर आ जाती है, वो ये है कि आले दुआले वेखदियां असीं अपनी भाषा विच सारे जीवां नूं जाणदे हां, तां असीं इन्हां दे नाम जिहड़े विग्यानक नाम वो भी रखे हुए है। इन्हां दी लोड़ सानूं क्यों पई? तो सानूं पता है कि साडे आले दुआले बहुत जीव है, ਵੱਖ-ਵੱਖ ਦੇਸ਼ਾਂ 'ਚ ਸਾਰੇ ਤਰ੍ਹਾਂ ਦੇ ਜੀਵ ਪਾਏ ਜਾਂਦੇ ਹੈ। ਸਾਰੇ ਦੇਸ਼ਾਂ ਦੀ ਭਾਸ਼ਾ ਆਪੋ ਆਪਣੀ ਹੁੰਦੀ ਹੈ। ਫਿਰ ਇੱਕ ਦੇਸ਼ ਦੇ ਵਿੱਚ ਵੱਖ-ਵੱਖ ਖੇਤਰ ਹੈ, ਉਹਨਾਂ ਦੀ ਸਭ ਦੀ ਭਾਸ਼ਾ ਵੱਖਰੀ ਵੱਖਰੀ ਹੈ। ਫਿਰ ਇੱਕ ਜੀਵ ਦੇ ਬਹੁਤ ਸਾਰੇ ਨਾਮ ਬਣ ਜਾਂਦੇ ਆ ਅਤੇ ਉਹ ਸਾਨੂੰ ਇਸ ਤਰ੍ਹਾਂ ਭੁਲੇਖਾ ਪਾਉਣ ਲੱਗ ਜਾਂਦੇ ਆ ਜਿਵੇਂ ਕਈ ਪ੍ਰਕਾਰ ਦੇ ਜੀਵ ਹੋਣ। ਉਦਾਹਰਨ ਵਜੋਂ ਜੇ ਅਸੀਂ ਪੰਜਾਬੀ ਦੇ ਵਿੱਚ ਗੱਲ ਕਰਦੇ ਹਾਂ ਤਾਂ ਇੱਕ ਵਿਦਿਆਰਥੀ ਕਹੂਗਾ ਚਿੜੀ, ਮਰਾਠੀ विद्यार्थी कहेगा चिमनी, गुजराती कहेगा गुराया, तो जिहड़ा इंग्लिश दे विच पढ़िया होया विद्यार्थी होएगा वो कहेगा स्पैरो। तो सानू एक छोटे जे जीव बारे ही कई भुलेखे बन जाते हैं कि यह अलग अलग प्रकार के जीव होणगे। इस तो बचन लई सानू एक विग्यानक नाम की लोड़ हुंदी है जो हर भाषा दे विच बिल्कुल सेम ही रवे, ताकि असी एक जीव नूं एक जगह पढ़न ते जे असी दूसरी जगह जाके उस जीव बारे किसी नूं दसना चाहिए तो एक सांझी भाषा की लोड़ पई। इसलिए असी विग्यानक नाम है जिहड़े वो जीवां दे रखने शुरू कर दिते। बच्चों, कार्ल लीनियस नाम दे विग्यानी सी जिहड़े ਉਹਨਾਂ ਨੇ ਇਹ ਸਾਨੂੰ ਵਿਗਿਆਨਿਕ ਨਾਮ ਰੱਖਣ ਬਾਰੇ ਸੁਝਾਇਆ ਸੀ। ਉਹਨਾਂ ਨੇ ਇਸ ਲਈ ਦੋ ਨਾਮੀ ਨਾਮ ਪੱਧਤੀ ਬਣਾਈ ਜਿਸ ਨਾਲ ਉਹਨਾਂ ਨੇ ਸਾਰੇ ਜੀਵਾਂ ਦੇ ਵਿਗਿਆਨਿਕ ਨਾਮ ਹੈ ਜਿਹੜੇ ਉਹ ਰੱਖਣ ਲਈ ਸਾਨੂੰ ਇੱਕ ਸਿਸਟਮ ਬਣਾ ਕੇ ਦਿੱਤਾ। ਇਸ ਲਈ ਕੁਝ ਉਹਨਾਂ ਨੇ ਨਿਯਮ ਤੈਅ ਕੀਤੇ। ਪਹਿਲਾ ਸ਼ਬਦ ਜਿਹੜਾ ਅਸੀਂ ਕਿਸੇ ਵੀ ਵਿਗਿਆਨਿਕ ਨਾਮ ਦਾ ਲਿਖਣਾ ਹੈ ਤਾਂ ਉਹ ਉਸਦੇ ਜੀਨਸ ਬਾਰੇ ਦੱਸੇਗਾ ਅਤੇ ਦੂਜਾ ਸ਼ਬਦ ਸਾਨੂੰ ਉਸਦੀ ਜਾਤੀ ਬਾਰੇ। ਜੀਨਸ ਅਤੇ ਜਾਤੀ ਨੂੰ ਲਿਖਦਿਆਂ ਹੋਇਆਂ ਅਸੀਂ ਦੋਨਾਂ ਸ਼ਬਦਾਂ ਦੇ ਵਿਚਕਾਰ ਵਿੱਥ ਜ਼ਰੂਰ ਰੱਖਣੀ ਹੈ। ਜੀਨਸ ਦਾ ਪਹਿਲਾ ਅੱਖਰ ਵੱਡਾ ਅਤੇ ਜਾਤੀ ਦਾ ਪਹਿਲਾ ਅੱਖਰ ਅਸੀਂ ਛੋਟਾ ਲਿਖਣਾ ਹੈ। ਜੇ ਅਸੀਂ ਟਾਈਪ ਕਰਦੇ ਹਾਂ ਤਾਂ ਵਿਗਿਆਨਿਕ ਨਾਮ ਨੂੰ ਹਮੇਸ਼ਾ ਟੇਢੇ ਅੱਖਰਾਂ ਵਿੱਚ ਭਾਵ ਇਟੈਲਿਕ ਵਿੱਚ ਲਿਖਿਆ ਜਾਵੇਗਾ। ਜੇ ਅਸੀਂ ਕਾਪੀ 'ਤੇ ਵਿਗਿਆਨਕ ਨਾਮ ਲਿਖਣਾ ਹੈ ਤਾਂ ਉਸਨੂੰ ਅਸੀਂ ਨਾਮ ਨੂੰ ਲਿਖ ਕੇ ਅਲੱਗ-ਅਲੱਗ ਮਤਲਬ ਜੀਨਸ ਨੂੰ ਅਲੱਗ ਅਤੇ ਸਪੀਸੀਜ਼ ਨੂੰ ਅਲੱਗ ਅੰਡਰਲਾਈਨ ਕਰਨਾ ਹੈ। ਹੁਣ ਜਿਵੇਂ ਇੱਥੇ ਟਾਈਪ ਕੀਤਾ ਹੋਇਆ ਹੋਮੋ ਸੇਪੀਅਨਸ, ਤਾਂ ਇਹ ਮਨੁੱਖ ਦਾ ਵਿਗਿਆਨਕ ਨਾਮ ਹੈ। ਹੋਮੋ ਦਾ ਐਚ ਵੱਡਾ ਹੈ, ਉਹ ਜੀਨਸ ਨੂੰ ਦੱਸ ਰਿਹਾ। ਸਪੀਸੀਜ਼ ਸੇਪੀਅਨਸ ਹੈ, ਐਸ ਛੋਟਾ ਹੈ। ਦੋਨਾਂ ਦੇ ਵਿਚਕਾਰ ਵਿੱਥ ਵੀ ਹੈ। ਜੀਨਸ ਦਾ ਪਹਿਲਾ ਅੱਖਰ ਵੱਡਾ ਹੈ, ਸਪੀਸੀਜ਼ ਦਾ ਸੇਪੀਅਨਸ ਦਾ ਪਹਿਲਾ ਅੱਖਰ ਛੋਟਾ ਹੈ। ਇਸ ਨੂੰ ਇਟੈਲਿਕਸ ਵਿੱਚ ਲਿਖਿਆ ਗਿਆ। ਤਾਂ ਇਹ ਵਿਗਿਆਨਿਕ ਨਾਮ ਲਿਖਣ ਦੇ ਕੁਝ ਨਿਯਮ ਹੈ। ਅੱਜ ਦੇ ਲੈਸਨ ਵਿੱਚ ਬੱਚਿਓ ਇੰਨਾ ਹੀ। ਫਿਰ ਮਿਲਾਂਗੇ। ਥੈਂਕ ਯੂ।